ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਟ੍ਰੇਲੀਆ ਦੀ ਸਿੱਖ ਸੰਗਤ ਗ੍ਰਿਫਤ 'ਚ ਹਰ ਸਾਲ ਹੁੰਦੇ ਸ਼ਹੀਦੀ ਸਮਾਗਮ ਅਤੇ ਖੇਡ ਮੇਲੇ ਤੋਂ ਭਲੀ ਭਾਂਤੀ ਜਾਣੂ ਹੈ। ਇਸ ਵਾਰ ਕੋਵਿਡ-19 ਦੇ ਕਰਕੇ ਜਿਹੜਾ ਖੇਡ ਮੇਲਾ ਹੈ ਇਹ ਨਹੀਂ ਹੋਇਆ, ਪਰ ਜਿਹੜਾ ਸ਼ਹੀਦੀ ਸਮਾਗਮ ਹੈ ਉਹ ਉਸੇ ਤਰ੍ਹਾਂ ਨਿਰੰਤਰ ਇਸ ਸਾਲ ਵੀ ਜਾਰੀ ਕੀਤਾ ਗਿਆ। ਇੱਥੇ ਦੀ ਸੰਗਤ ਨੇ ਇਹ ਉਪਰਾਲਾ 24ਵੇਂ ਵਰ੍ਹੇ ਲਗਾਤਾਰ ਜਾਰੀ ਰੱਖਿਆ। ਇਸ ਦੇ ਬਾਬਤ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਗੁਰਤੇਜ ਸਿੰਘ ਹੋਰਾਂ ਨਾਲ, ਜਿਹੜੇ ਪਿਛਲੇ ਤਕਰੀਬਨ 10 ਸਾਲਾਂ ਤੋਂ ਇਸ ਸ਼ਹੀਦੀ ਸਮਾਗਮ ਅਤੇ ਖੇਡ ਮੇਲੇ ਦੇ ਵਿੱਚ ਹਾਜ਼ਰੀ ਭਰ ਰਹੇ ਨੇ। ਜੀ ਗੁਰਤੇਜ ਸਿੰਘ ਜੀ, ਜੀ ਆਇਆਂ ਨੂੰ ਤੁਹਾਡਾ ਅੱਜ ਦੀ ਇਸ ਗੱਲਬਾਤ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਮਨਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਗੁਰਤੇਜ ਸਿੰਘ ਜੀ, ਜੇ ਪਹਿਲਾਂ ਸ਼ੁਰੂ ਕਰਨਾ ਹੋਵੇ, ਜਿਹੜੀ ਤੁਸੀਂ 10 ਸਾਲ ਤੋਂ ਤਕਰੀਬਨ ਇਸ ਖੇਡ ਮੇਲੇ ਦੀ ਹਾਜ਼ਰੀ ਭਰ ਰਹੇ ਹੋ, ਅਤੇ ਪਿਛਲੇ 10 ਸਾਲਾਂ ਦੇ ਵਿੱਚ ਜਿਹੜਾ ਇਹ ਸਿੱਖ ਸੰਗਤਾਂ ਇਸ ਧਰਤੀ 'ਤੇ ਹਰ ਸਾਲ ਆਉਂਦੀਆਂ ਨੇ, ਹਾਜ਼ਰੀਆਂ ਭਰਦੀਆਂ ਨੇ, ਇਸ ਦੇ ਵਿੱਚ ਇਹ ਜਿਹੜਾ ਹੁਣ ਖੇਡ ਮੇਲਾ ਹੈ ਅਤੇ ਸ਼ਹੀਦੀ ਸਮਾਗਮ ਹੈ, ਕਿੰਨਾ ਕੁ ਇਹਦਾ ਰੂਪ ਹੈ ਜਿਹੜਾ ਵੱਡਾ ਹੋਇਆ ਪਿਛਲੇ 10 ਸਾਲਾਂ 'ਚ? ਜੀ ਮਨਦੀਪ ਸਿੰਘ ਜੀ, ਇਹ ਆਪਾਂ ਕਹਿ ਦਈਏ ਕਿ 2 ਦਹਾਕਿਆਂ ਤੋਂ ਉੱਪਰ ਦਾ ਆਪਣਾ ਜਿਹੜਾ ਸਫ਼ਰ ਆ, 2.5 ਦਹਾਕਿਆਂ ਤੋਂ ਉੱਪਰ ਦਾ ਆਪਣਾ ਸਫ਼ਰ ਆ, ਸ਼ਹੀਦੀ ਸਮਾਗਮ ਅਤੇ ਸ਼ਹੀਦੀ ਖੇਡ ਮੇਲਾ ਇਹ ਤੈਅ ਕਰ ਚੁੱਕਿਆ ਗਾ। ਜਦੋਂ ਭਾਈ ਰਣਜੀਤ ਸਿੰਘ ਸ਼ੇਰਗਿੱਲ ਹੋਰਾਂ ਨੇ ਗ੍ਰਿਫਤ ਦੀ ਜਿਹੜੀ ਸੰਗਤ ਆ, ਸਿੱਖ ਸੰਗਤ ਦੇ ਨਾਲ ਮਿਲ ਕੇ ਆਪਣੇ ਭਰਾਤਾ ਭਾਈ ਅਜਮੇਰ ਸਿੰਘ ਹੋਰਾਂ ਦੀ ਯਾਦ ਦੇ ਵਿੱਚ ਪਹਿਲਾ ਜਿਹੜਾ ਸ਼ਹੀਦੀ ਸਮਾਗਮ ਕਰਾਇਆ ਸੀ, ਉਸ ਤੋਂ ਹੀ ਟੂਰਨਾਮੈਂਟ ਦਾ ਜਿਹੜਾ ਮੁੱਢ ਵੱਜਿਆ ਗਿਆ ਸੀ, ਸ਼ਹੀਦੀ ਖੇਡ ਮੇਲੇ ਦਾ ਜਿਹੜਾ ਮੁੱਢ ਵੱਜਿਆ ਸੀ। ਸੋ ਉਸ ਤੋਂ ਬਾਅਦ ਇਹ 1 ਸਾਲ ਦੇ ਲਈ ਰਿਵਰਲੈਂਡ ਦੇ ਵਿੱਚ ਵੀ ਹੋਇਆ, ਸਾਊਥ ਆਸਟ੍ਰੇਲੀਆ ਦੇ ਵਿੱਚ, ਪਰ ਫਿਰ ਗ੍ਰਿਫਤ ਦੇ ਵਿੱਚ ਇਸ ਨੂੰ ਪੱਕਾ ਹੀ ਬੰਨ੍ਹ ਦਿੱਤਾ ਕਿ ਟੂਰਨਾਮੈਂਟ ਦਾ ਮੁੱਢ ਬੰਨ੍ਹ ਦਿੱਤਾ ਕਿ ਇੱਥੋਂ ਹੀ ਹੋਇਆ ਕਰੇਗਾ, ਅਤੇ ਇਸ ਦਾ ਨਾਮ ਸ਼ਹੀਦੀ ਸਮਾਗਮ ਅਤੇ ਖੇਡ ਮੇਲਾ ਪੈ ਗਿਆ। ਸੋ ਉਸ ਤੋਂ ਚਲਦਿਆਂ ਹੁਣ ਇਹ 2.5 ਦਹਾਕਿਆਂ ਤੋਂ ਉੱਪਰ ਦਾ ਜਿਹੜਾ ਸਮਾਂ ਪੂਰਾ ਕਰ ਚੁੱਕਿਆ ਗਾ। ਮੈਂ 2010 ਦੇ ਵਿੱਚ ਪਹਿਲੀ ਵਾਰ ਸ਼ਹੀਦੀ ਖੇਡ ਮੇਲੇ ਦੇ ਵਿੱਚ ਹਾਜ਼ਰੀ ਭਰੀ। ਉਸ ਵਕਤ ਜਿਹੜੀ ਸੰਗਤ ਆ ਅੱਜ ਜਿੰਨੀ ਤਾਂ ਨਹੀਂ ਸੀ ਹੁੰਦੀ, ਭਾਵ ਕਿ ਜੋ ਪਿਛਲੇ ਸਾਲ ਹੋਈ ਆ ਇੱਥੋਂ ਇੰਨੀ ਜਿੰਨੀ, ਪਰ ਫਿਰ ਵੀ ਕਾਫੀ ਸੰਗਤ ਆ ਜਿਹੜੀ ਆਉਂਦੀ ਅਸੀਂ ਦੇਖਦੇ ਹੁੰਦੇ ਸੀ ਉਦੋਂ। ਸੋ ਇਹਨਾਂ ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਇਸ ਟੂਰਨਾਮੈਂਟ ਦਾ ਫੈਲਾਅ ਹੋਇਆ ਅਤੇ ਸ਼ਹੀਦੀ ਸਮਾਗਮ ਦਾ, ਅਤੇ ਇਹਦੀ ਸਿੱਖ ਇਵੈਂਟ ਦੇ ਤੌਰ ਦੇ ਉੱਤੇ ਦੁਨੀਆ ਭਰ ਦੇ ਸਿੱਖ ਜਿਹੜਾ ਡਾਇਸਪੋਰਾ ਉਹਦੇ ਵਿੱਚ ਇਹਦੀ ਬਹੁਤ ਵੱਡੀ ਇੱਕ ਪਛਾਣ ਬਣੀ ਆ। ਸੋ ਇਸ ਪਛਾਣ ਬਣਨ ਦੇ ਲਈ ਜਿਹੜੀਆਂ ਵਿਸ਼ੇਸ਼ ਕਰ ਗ੍ਰਿਫਤ ਦੀਆਂ ਸਿੱਖ ਸੰਗਤਾਂ ਨੇ, ਉਹਨਾਂ ਦੀ ਬਹੁਤ ਵੱਡੀ ਇਹਦੇ ਵਿੱਚ ਕੰਟਰੀਬਿਊਸ਼ਨ ਆ ਕਿ ਉਹ ਹਰ ਸਾਲ ਨਿਰਸਵਾਰਥ ਹੋ ਕੇ ਇੱਥੇ ਹਾਜ਼ਰੀ ਭਰਦੀਆਂ ਨੇ। ਇਸ ਟੂਰਨਾਮੈਂਟ ਦੀ ਅਤੇ ਸ਼ਹੀਦੀ ਸਮਾਗਮ ਦੀ ਬਹੁਤ ਜ਼ਿਆਦਾ ਵਿਲੱਖਣਤਾ ਇਹ ਹੈ ਕਿ ਖਾਸ ਕਰ ਜੇਕਰ ਆਪਾਂ ਟੂਰਨਾਮੈਂਟ ਦੀ ਕਰਨੀ ਹੋਵੇ ਕਿ ਇਹ ਸ਼ਹੀਦਾਂ ਦੇ ਨਾਂ ਦੇ ਉੱਤੇ ਹੁੰਦਾ। ਪਹਿਲੀ ਗੱਲ ਤਾਂ ਇਹ ਵੱਡੀ ਆ। ਸੋ ਇੱਥੇ ਜੋ ਹਰ ਜਿਹੜਾ ਇਵੈਂਟ ਹੁੰਦਾ ਸ਼ਹੀਦੀ ਟੂਰਨਾਮੈਂਟ ਦੇ ਵਿੱਚ ਵੀ, ਉਸ ਦੇ ਵਿੱਚ ਜਿਹੜੀ ਆਪਾਂ ਕਹਿੰਦੇ ਕਿ ਗੁਰੂ ਲੈਵਲ ਉਹ ਸ਼ਾਮਿਲ ਹੁੰਦੀ ਹੈ, ਸਿੱਖੀ ਦੀ ਜਿਹੜੀ ਸਪਿਰਿਟ ਸ਼ਾਮਿਲ ਹੁੰਦੀ ਆ। ਜੋ ਕਾਫੀ ਸਮਿਆਂ ਤੋਂ ਇੱਥੇ ਚੀਜ਼ਾਂ ਹੁੰਦੀਆਂ ਆ ਰਹੀਆਂ ਸੀ, ਉਹ ਸੀ ਕਿ ਹਰ ਵਾਰ ਜੋ ਦੀਵਾਨ ਸਜਦਾ ਸੀ, ਪਹਿਲਾਂ ਸੈਟਰਡੇ ਈਵਨਿੰਗ ਨੂੰ ਅਤੇ ਫਿਰ ਸੰਡੇ ਈਵਨਿੰਗ ਨੂੰ, ਉਸ ਵਕਤ ਢਾਡੀ ਸਿੰਘ ਆਉਂਦੇ ਸੀ ਅਤੇ ਵਿਚਾਰਾਂ ਹੁੰਦੀਆਂ ਸਨ, ਜਿਹਦੇ ਵਿੱਚ ਪੁਰਾਣੀਆਂ ਜਥੇਬੰਦੀਆਂ, ਸਿੱਖ ਫੈਡਰੇਸ਼ਨ ਆਸਟ੍ਰੇਲੀਆ ਅਤੇ ਹੋਰ ਸਹਿਯੋਗੀ ਜਥੇਬੰਦੀਆਂ, ਉਹਨਾਂ ਦੇ ਵੱਲੋਂ ਵਿਚਾਰਿਆਂ ਵੀ ਕੀਤੀਆਂ ਜਾਂਦੀਆਂ ਸਨ, ਜਿਹੜੀਆਂ ਕਾਨਫਰੰਸਾਂ ਵੀ ਕੀਤੀਆਂ ਜਾਂਦੀਆਂ ਸਨ। ਅਤੇ ਨਾਲ ਦੀ ਨਾਲ ਜਿਹੜੀ ਸ਼ਹੀਦ ਸਿੰਘਾਂ ਦੀ ਪ੍ਰਦਰਸ਼ਨੀ, ਜਿਹੜੇ ਸਾਡੇ ਪੁਰਾਤਨ ਸ਼ਹੀਦ ਨੇ ਅਤੇ ਜੋ ਮੂਵਮੈਂਟ ਚੱਲੀ ਸੀ ਉਸ ਨਾਲ ਸੰਬੰਧਿਤ ਜਿਹੜੇ ਸ਼ਹੀਦ ਨੇ, ਉਹਨਾਂ ਦੇ ਨਾਲ ਸੰਬੰਧਿਤ ਆ ਜਿਹੜੀ ਪ੍ਰਦਰਸ਼ਨੀ ਲਾਈ ਜਾਂਦੀ ਸੀ। ਅਤੇ ਨਾਲ ਦੀ ਨਾਲ ਜੋ ਲਿਟਰੇਚਰ ਸੀ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ, ਉਹ ਵੀ ਵੰਡਿਆ ਜਾਂਦਾ ਸੀ। ਟੂਰਨਾਮੈਂਟ ਦੇ ਦੌਰਾਨ ਵੀ ਹੋਰ ਨਿੱਕੇ ਨਿੱਕੇ ਇਵੈਂਟ ਹੁੰਦੇ ਰਹਿੰਦੇ ਸਨ, ਜਿਨ੍ਹਾਂ ਦੇ ਵਿੱਚ ਦਸਤਾਰ ਮੁਕਾਬਲਾ ਸੀ। ਸੋ ਲਗਾਤਾਰ ਕਾਫੀ ਸਾਲਾਂ ਤੋਂ ਚੱਲਦੇ ਆ ਰਹੇ ਸਨ। ਹੌਲੀ ਹੌਲੀ ਜਦੋਂ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਦੀ ਗਿਣਤੀ ਵਧਣ ਲੱਗੀ, ਖਾਸ ਕਰ ਨੌਜਵਾਨਾਂ ਦੀ ਗਿਣਤੀ ਵਧਣ ਲੱਗੀ, ਸੋ ਸੁਭਾਵਿਕ ਤੌਰ ਦੇ ਉੱਤੇ ਇਸ ਟੂਰਨਾਮੈਂਟ ਦੇ ਵਿੱਚ ਵੀ ਜਿਹੜੀ ਹਾਜ਼ਰੀ ਆ ਉਹਨਾਂ ਦੀ ਵਧਣੀ ਸੀ। ਸੋ ਉਸ ਦੇ ਨਾਲ ਘੇਰਾ ਕਾਫੀ ਜ਼ਿਆਦਾ ਵਿਸ਼ਾਲ ਹੋ ਗਿਆ। ਵਿਸ਼ੇਸ਼ ਕਰ ਜੋ ਲੰਗਰ ਦੀਆਂ ਸਭਾਵਾਂ ਨੇ ਉਹ ਵੀ ਮੈਲਬਨ ਤੋਂ ਆ ਕੇ ਸ਼ੁਰੂ ਹੋ ਗਈਆਂ, ਅਤੇ ਮੀਰੀ ਪੀਰੀ ਗੁਰਦੁਆਰਾ ਸਾਹਿਬ ਦੇ ਜਥੇ ਦੇ ਜਿਹੜੇ ਸਿੰਘ ਨੇ, ਉਹਨਾਂ ਦੇ ਵੱਲੋਂ ਜਿਹੜਾ ਪ੍ਰਦਰਸ਼ਨੀਆਂ ਦਾ ਰੂਪ
ਕਾਫੀ ਵੱਡਾ ਹੋ ਗਿਆ। ਉਹਨਾਂ ਦੇ ਵੱਲੋਂ ਭਾਈ ਰਣਜੀਤ ਸਿੰਘ ਸ਼ੇਰਗਿੱਲ ਜੋ ਲਗਾਤਾਰ ਪ੍ਰਦਰਸ਼ਨੀਆਂ ਦੀ ਸੇਵਾ ਨਿਭਾਉਂਦੇ ਆਉਂਦੇ ਸੀ ਸਿੱਖ ਫੈਡਰੇਸ਼ਨ ਆਸਟ੍ਰੇਲੀਆ ਦੇ ਸਹਿਯੋਗ ਦੇ ਨਾਲ। ਸੋ ਉਹ ਮੀਰੀ ਪੀਰੀ ਦੇ ਸਿੰਘਾਂ ਦੇ ਵੱਲੋਂ ਜਿਹੜੇ ਮੀਰੀ ਪੀਰੀ ਗੁਰਦੁਆਰਾ ਸਾਹਿਬ ਦੇ ਜਿਹੜੇ ਸਿੰਘ ਸੀ ਉਹਨਾਂ ਦੇ ਵੱਲੋਂ ਸੰਭਾਲ ਲਈਆਂ ਗਈਆਂ, ਉਹਨਾਂ ਨੂੰ ਹੋਰ ਵਿਸ਼ਾਲ ਰੂਪ ਦੇ ਦਿੱਤਾ ਗਿਆ। ਸੋ ਇਉਂ ਹੀ ਇਹਦੇ ਵਿੱਚ ਕੁਇਜ਼ ਮੁਕਾਬਲੇ ਸ਼ੁਰੂ ਹੋ ਗਏ। ਉਹ ਦਸਤਾਰ ਮੁਕਾਬਲਿਆਂ ਦਾ ਅੱਗੇ ਆਪਾਂ ਕਹਦੇ ਕਿ ਐਕਸਟੈਂਸ਼ਨ ਹੋ ਗਈ। ਸੋ ਇਸ ਖੇਡ ਮੇਲੇ ਨੇ ਜਿਹੜਾ ਵਿਸ਼ਾਲਤਾ ਤਾਂ ਆਪਣੀ ਵਧਾਈ ਹੀ ਆ, ਉਹਦੇ ਨਾਲ ਦੀ ਨਾਲ ਜਿਹੜੀ ਪਰਪੱਕਤਾ ਗਈ ਆਪਣੀ ਉਹ ਬਹੁਤ ਜ਼ਿਆਦਾ ਕਾਇਮ ਰੱਖੀ ਆ। ਪਰਪੱਕਤਾ ਤੋਂ ਮੇਰਾ ਭਾਵ ਇਹ ਆ ਕਿ ਕੋਈ ਵੀ ਇਵੈਂਟ ਜਦੋਂ ਐਡਾ ਵੱਡਾ ਹੋ ਜਾਂਦਾ ਉਸ ਦੇ ਵਿੱਚ ਫਿਰ ਜਿਹੜਾ ਕਮਰਸ਼ੀਅਲ ਜਿਹੜਾ ਪਰਪਸ ਆ ਜਾਂਦਾ। ਇਸ ਦੇ ਉੱਤੇ ਜਿਹੜੀ ਖਾਲਸਾਈ ਛਾਪ ਆ ਉਹ ਇੰਨੀ ਪੱਕੀ ਆ ਕਿ ਇਸ ਨੂੰ ਕੋਈ ਚਾਹ ਕੇ ਵੀ ਹੁਣ ਇਸ ਨੂੰ ਕੋਈ ਹੋਰ ਰੰਗ ਨਹੀਂ ਦੇ ਸਕਦਾ। ਸੋ ਰੰਗ ਦੇਣ ਤੋਂ ਮੇਰਾ ਭਾਵ ਇਹ ਹੈ ਕਿ ਕਈ ਵਾਰ ਇੱਥੇ ਕੋਸ਼ਿਸ਼ ਵੀ ਹੋਈ ਕਿ ਇੱਥੇ ਨਾਲ ਦੀ ਨਾਲ ਜਿਹੜੇ ਗਾਇਕਾਂ ਨੂੰ ਲਿਆਂਦਾ ਜਾਵੇ ਜਾਂ ਕੋਈ ਸੱਭਿਆਚਾਰ ਵਾਲਾ ਪ੍ਰੋਗਰਾਮ, ਅਖੌਤੀ ਸੱਭਿਆਚਾਰ ਵਾਲਾ ਪ੍ਰੋਗਰਾਮ ਕਰਾ ਲਿਆ ਜਾਵੇ, ਪਰ ਉਹ ਇੱਥੋਂ ਦੀਆਂ ਸਿੱਖ ਸੰਗਤਾਂ ਨੇ ਅਤੇ ਜਿਹੜੇ ਜ਼ਿੰਮੇਵਾਰ ਪਤਵੰਤੇ ਸੱਜਣ ਸੀ ਸੋ ਉਹਨਾਂ ਨੇ ਬੁਰੀ ਤਰ੍ਹਾਂ ਉਹਨਾਂ ਨੂੰ ਨਕਾਰ ਦਿੱਤਾ ਗਾ। ਅਤੇ ਇਸੇ ਹੀ ਤਰ੍ਹਾਂ ਜਿਹੜੀ ਇਸ ਟੂਰਨਾਮੈਂਟ ਦੀ ਸ਼ਾਨ ਆ ਜੋ ਖਾਲਸਾ ਹੀ ਜਾਹੋ ਜਲਾ ਲਿਆ, ਜੋ ਸ਼ਹੀਦ ਸਿੰਘਾਂ ਦੀ ਸੋਚ ਦਾ ਜਾਹੋ ਜਲਾ ਲਿਆ, ਉਹਦੇ ਪ੍ਰਤੱਖ ਦਰਸ਼ਨ ਆ ਜਿਹੜੇ ਇਸ ਟੂਰਨਾਮੈਂਟ ਦੇ ਅਤੇ ਸ਼ਹੀਦੀ ਸਮਾਗਮ ਦੇ ਵਿੱਚ ਹੁੰਦੇ ਰਹਿੰਦੇ ਆ ਜੀ। ਜਿਹੜੀ ਆਪਾਂ ਕਹੀਏ ਜਦੋਂ ਬਾਹਰੋਂ ਕੋਈ ਸੰਗਤ ਆਉਂਦੀ ਹੈ ਜਾਂ ਆਪਾਂ ਇੱਥੇ ਦੀ ਸਥਾਨਕ ਜਿਹੜੀ ਕਮਿਊਨਿਟੀ ਹੈ, ਲੋਕਲ ਕਮਿਊਨਿਟੀ ਹੈ, ਜਿਹੜੇ ਪੰਜਾਬ ਤੋਂ ਪਿੱਛੋਂ ਬੈਕਗਰਾਊਂਡ ਨਹੀਂ ਰੱਖਦੇ, ਉਹਨਾਂ ਨੂੰ ਜਦੋਂ ਆਪਾਂ ਕੋਈ ਚੀਜ਼ ਐਕਸਪਲੇਨ ਕਰਨੀ ਹੁੰਦੀ ਹੈ ਤਾਂ ਜਿਹੜਾ ਨਾਮ ਹੁੰਦਾ ਉਹ ਪਹਿਲਾਂ ਉਸ ਦਾ ਇੱਕ ਵੱਡੀ ਛਾਪ ਛੱਡਦਾ। ਸੋ ਜਦੋਂ ਆਪਾਂ ਗ੍ਰਿਫਤ, ਸ਼ਹੀਦੀ ਸਮਾਗਮ ਅਤੇ ਖੇਡ ਮੇਲਾ ਸੋ ਇਹ ਵਰਤਦੇ ਹਾਂ ਤਾਂ ਸ਼ਹੀਦੀ ਜਦੋਂ ਅੱਖਰ ਆ ਜਾਂਦਾ ਉਹਦੇ ਇੱਕ ਮਾਇਨੇ ਵੱਖਰੇ ਹੋ ਜਾਂਦੇ ਨੇ। ਆਸਟ੍ਰੇਲੀਆ 'ਚ ਹੋਰ ਵੀ ਕਈ ਸਮਾਗਮ ਹੁੰਦੇ ਨੇ, ਪਰ ਜਦੋਂ ਕਈ ਮੀਡੀਆ ਨੇ ਜਿਹੜੇ ਉਹ ਸ਼ਹੀਦੀ ਅੱਖਰ ਹੀ ਵਿੱਚੋਂ ਕੱਢ ਦਿੰਦੇ ਨੇ, ਸਿਰਫ ਗ੍ਰਿਫਤ ਸਮਾਗਮ ਤੱਕ ਰਹਿ ਜਾਂਦੇ ਨੇ, ਤਾਂ ਉਹਦਾ ਜਿਹੜੀ ਮੀਡੀਆ ਦੇ ਵਿੱਚੋਂ ਇੱਕ ਕਹਿ ਲਓ ਸੀਰੀਅਸਨੈਸ ਹੈ ਜਿਹੜੀ ਮੀਡੀਆ ਦੀ, ਕਿਉਂਕਿ ਇਸ ਟੂਰਨਾਮੈਂਟ ਜਿਹੜਾ ਇਹ ਸ਼ੁਰੂਆਤ ਦੇਖੀ ਜਾਵੇ ਤਾਂ ਇੱਕ ਸ਼ਹੀਦਾਂ ਦੇ ਨਾਂ ਤੋਂ ਹੋਈ ਹੈ। ਸੋ ਜੇ ਤੁਸੀਂ ਸ਼ਹੀਦੀ ਅੱਖਰ ਹੀ ਪਿੱਛੇ ਕੱਢ ਕੇ ਤੁਸੀਂ ਬਾਕੀ ਉਸ ਟੂਰਨਾਮੈਂਟ ਨੂੰ ਡਿਫਾਈਨ ਕਰਨ ਦੀ ਜਿਹੜੀ ਇੱਕ ਕੋਸ਼ਿਸ਼ ਕੀਤੀ ਜਾਂਦੀ ਹੈ ਮੀਡੀਆ ਵੱਲੋਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਇਹ ਤੁਸੀਂ ਸੋਹਣਾ ਸਵਾਲ ਕੀਤਾ। ਜਿਹੜਾ ਮੀਡੀਆ ਹੈਗਾ ਉਹਨਾਂ ਨੂੰ ਇਸ ਤਰ੍ਹਾਂ ਦੇ ਮੀਡੀਆ ਨੂੰ ਅਸੀਂ ਲੱਡੂ ਪਕੌੜਾ ਮੀਡੀਆ ਕਹਿੰਦੇ ਹੁੰਦੇ ਹਾਂ। ਕਾਰਨ ਉਹਦਾ ਲੱਡੂ ਪਕੌੜਾ ਮੀਡੀਆ ਇਸ ਲਈ ਆ ਕਿਉਂਕਿ ਉਹ ਇਸ ਟੂਰਨਾਮੈਂਟ ਦੇ ਉੱਤੇ ਆ ਕੇ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਸਿਰਫ ਲੱਡੂ ਪਕੌੜਿਆਂ ਦੀਆਂ ਫੋਟੋਆਂ ਦੇ ਉੱਤੇ ਕਲੋਜ਼ ਕਰਕੇ ਕੈਮਰੇ ਆਪਣੇ ਦਿਖਾਉਣਗੇ ਕਿ ਦੇਖੋ ਜੀ ਲੱਡੂ ਪਕੌੜੇ ਪਿੰਡ, ਇਹ ਚੀਜ਼। ਜਿਹੜਾ ਅਸਲ ਮਕਸਦ ਆ ਜਿਸ ਦੇ ਲਈ ਗ੍ਰਿਫਤ ਵਾਸੀ ਇਸ ਟੂਰਨਾਮੈਂਟ ਦੇ ਵਿੱਚ ਅਤੇ ਸ਼ਹੀਦੀ ਸਮਾਗਮ ਦੇ ਵਿੱਚ ਆਪਣਾ ਪੂਰਾ ਤਾਣ ਲਾ ਦਿੰਦੇ ਆ ਸੇਵਾ ਦੇ ਨਾਲ। ਸੋ ਕਮੇਟੀ ਵੀ ਵਾਰ-ਵਾਰ ਕਹਿੰਦੀ ਆ ਅਸਲ ਮਕਸਦ ਆ ਸ਼ਹੀਦਾਂ ਨੂੰ ਸਮਰਪਿਤ ਇਹ ਟੂਰਨਾਮੈਂਟ ਆ। ਜੂਨ 1984 ਦੇ ਘੱਲੂਘਾਰ ਦੇ ਸ਼ਹੀਦਾਂ ਨੂੰ ਅਤੇ ਹੋਰ ਸਭ ਸਿੱਖ ਸ਼ਹੀਦਾਂ ਨੂੰ ਸਮਰਪਿਤ ਇਹ ਟੂਰਨਾਮੈਂਟ ਆ। ਉਸ ਦੀ ਉਹ ਜਿਹੜਾ ਲੱਡੂ ਪਕੌੜਾ ਮੀਡੀਆ ਹੈਗਾ ਉਹ ਗੱਲ ਨਹੀਂ ਕਰਦਾ। ਇਸੇ ਲਈ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਸ ਨੂੰ ਗ੍ਰਿਫਤ ਟੂਰਨਾਮੈਂਟ ਜਾਂ ਬਹੁਤ ਥੋੜ੍ਹਾ ਜਿਹਾ ਅੱਗੇ ਜਾ ਕੇ ਗ੍ਰਿਫਤ ਖੇਡ ਮੇਲਾ ਉਹ ਕਹਿੰਦੇ ਨੇ, ਅਸੀਂ ਪੰਜਾਬੀ 'ਚ ਕਹਿਤਾ, ਪਰ ਸ਼ਹੀਦੀ ਖੇਡ ਮੇਲਾ ਬਹੁਤ ਹੀ ਘੱਟ ਕਹਿੰਦੇ ਆ। ਅਤੇ ਜੂਨ 1984 ਦੇ ਸਿੰਘਾਂ ਨੂੰ ਸਮਰਪਿਤ ਅਤੇ ਹੋਰ ਸਿੰਘਾਂ ਨੂੰ ਸਮਰਪਿਤ ਸ਼ਹੀਦ ਖੇਡ ਮੇਲਾ ਤਾਂ ਬਹੁਤ ਹੀ ਰੇਅਰ ਕਹਿੰਦੇ ਨੇ। ਸੋ ਜਿਹੜਾ ਸ਼ਹੀਦੀ ਅੱਖਰ ਆ ਉਸ ਨੂੰ ਵਰਤਣਾ ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਵੱਡਾ ਉਹਨਾਂ ਨੂੰ ਔਖ ਲੱਗਦੀ ਹੈ, ਖਾਸ ਕਰ ਜਿਹੜਾ ਸਰਕਾਰੀ ਮੀਡੀਆ ਮੈਂ ਕਹੂੰਗਾ। ਸੋ ਮੇਰੇ ਭਾਵ ਤੋਂ ਸਮਝ ਜਾਣ ਕਿ ਮੈਨੂੰ ਨਾਂ ਲੈਣ ਦੀ ਵੀ ਖਾਸ ਲੋੜ ਨਹੀਂ ਆ। ਸੋ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜਾ ਮੀਡੀਆ ਦੀ ਜ਼ਿੰਮੇਵਾਰੀ ਬਣਦੀ ਆ ਕਿ ਹਰ ਇੱਕ ਚੀਜ਼ ਨੂੰ ਜਦੋਂ ਤੁਸੀਂ ਪੇਸ਼ ਕਰਦੇ ਹੋ, ਕੁਝ ਕੁ ਬੇਸਿਕ ਜਿਹੀਆਂ ਚੀਜ਼ਾਂ ਹੁੰਦੀਆਂ ਹੈ ਨਾ ਕਿਸੇ ਸਟਰਕਚਰ ਦੇ ਵਿੱਚ ਉਹ ਲੋੜੀਂਦੀਆਂ ਹੁੰਦੀਆਂ ਕਿ ਤੁਹਾਨੂੰ ਉਸ ਦੇ ਮੌਜੂਦਾ ਹਾਲਾਤ ਅਤੇ ਉਸ ਦਾ ਇਤਿਹਾਸ ਅਤੇ ਉਸ ਦੇ ਭਵਿੱਖ ਦੇ ਬਾਰੇ ਜੇਕਰ ਤੁਸੀਂ ਪ੍ਰੋਡਕਸ਼ਨ ਕੋਈ ਨਹੀਂ ਵੀ ਕਰ ਸਕਦੇ, ਐਟਲੀਸਟ ਤੁਹਾਨੂੰ ਮੌਜੂਦਾ ਅਤੇ ਪਰ ਇਤਿਹਾਸ ਦੱਸਣ ਦੀ ਤਾਂ ਲੋੜ ਹੁੰਦੀ ਹੈ ਨਾ। ਪਰ ਲੱਡੂ ਪਕੌੜੇ ਮੀਡੀਆ ਨੂੰ ਅਸੀਂ ਫਿਰ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਲੱਡੂ ਪਕੌੜੇ ਥੋੜ੍ਹਾ ਜਿਹਾ ਸਾਈਡ ਦੇ ਉੱਤੇ ਰੱਖ ਕੇ ਗੱਲਾਂ ਜੋ ਅਸਲ ਇਤਿਹਾਸ ਆ ਇਸ ਸ਼ਹੀਦੀ ਸਮਾਗਮ ਅਤੇ ਟੂਰਨਾਮੈਂਟ ਦਾ ਉਸ ਨੂੰ ਵੀ ਦਿਖਾਓ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹਨਾਂ ਦੀਆਂ ਲਾਹਣਤਾਂ ਤੋਂ ਤੁਸੀਂ ਬਚ ਸਕੋ। ਜੀ ਗੁਰਤੇਜ ਸਿੰਘ ਜੀ, ਜਿਹੜਾ ਇਹ ਸ਼ਹੀਦੀ ਸਮਾਗਮ ਹੁੰਦਾ ਹੈ ਜਾਂ ਖੇਡ ਮੇਲਾ ਹੁੰਦਾ ਇੱਥੇ, ਇਹ ਤੋਂ ਇਲਾਵਾ ਵੀ ਜਿਹੜੀ ਬਹੁਤੀ ਸੰਗਤਾਂ ਜਿਸ ਤੋਂ ਜਾਣੂ ਨਹੀਂ ਨੇ, ਇਸ ਬੈਕਗਰਾਊਂਡ ਦੇ ਵਿੱਚ ਕਾਫੀ ਜਿਹੜੇ ਹੋਰ ਵੀ ਪਲੇਟਫਾਰਮ ਇਸ ਸਮਾਗਮ ਨੇ ਸਾਨੂੰ ਦਿੱਤੇ ਨੇ, ਜਿਹੜੀ ਸਿੱਖਾਂ ਦੀ ਇੱਥੇ ਦੇ ਮਸਲੇ ਨੇ ਜਾਂ ਕੁਝ ਪੰਥਕ ਮਸਲੇ ਜਿਹੜੇ ਓਵਰਆਲ ਨੇ ਉਹਨਾਂ ਨੂੰ ਵਿਚਾਰਨ ਲਈ, ਉਹਨਾਂ ਦੇ ਸੁਝਾਅ ਦੇ ਲਈ, ਸੋ ਉਹਨਾਂ ਬਾਰੇ ਥੋੜ੍ਹਾ ਜਿਹਾ ਜ਼ਰੂਰ ਸੰਗਤਾਂ ਨਾਲ ਚਾਨਣ ਪਾਓ। ਹਾਂਜੀ, ਇੱਥੇ ਹੁਣ ਪਿਛਲੇ ਕੁਝ ਕੁ ਸਮੇਂ ਤੋਂ ਵਿਚਾਰ ਚੱਲ ਰਹੀ ਸੀ, ਪਿਛਲੇ ਵਾਰ ਵੀ ਭਾਵ ਕਿ
19 ਦੇ ਵਿੱਚ ਵੀ ਇਹ ਮੀਟਿੰਗ ਹੋਈ ਸੀ ਕਿ ਇੱਥੇ ਜਿਹੜੀ ਡਿਸਕਸ਼ਨ ਵੀ ਲਗਾਤਾਰ ਸ਼ੁਰੂ ਕਰਨੀ ਚਾਹੀਦੀ ਹੈ, ਭਾਵ ਕਿ ਸਿੱਖਾਂ ਨੂੰ ਇਕੱਠੇ ਬੈਠ ਕੇ ਕੋਈ ਬੈਠਕ ਇਹੋ ਜਿਹੀ ਕਾਨਫਰੰਸ ਕੋਈ ਕਰਨੀ ਚਾਹੀਦੀ ਆ, ਜਿਸ ਦੇ ਨਾਲ ਇੱਥੇ ਇਕੱਠ ਹੋਏ ਸਿੱਖਾਂ ਤੋਂ ਲਾਭ ਉਠਾਇਆ ਜਾ ਸਕੇ, ਭਾਵ ਕਿ ਉਹਨਾਂ ਦੀ ਸੰਗਤੀ ਰੂਪ ਤੋਂ ਲਾਭ ਉਠਾ ਕੇ ਕੋਈ ਵਿਚਾਰਾਂ ਕੀਤੀਆਂ ਜਾ ਸਕਣ। ਸੋ ਇਸ ਦੇ ਬਾਰੇ ਪਿਛਲੇ ਸਾਲ ਵਿਚਾਰ ਹੋਈ ਸੀ, ਇਸ ਸਾਲ ਹੋਣਾ ਸੀ ਪਰ ਕੋਵਿਡ-19 ਦੇ ਕਰਕੇ ਨਹੀਂ ਹੋ ਸਕਿਆ। ਪਰ ਭਵਿੱਖ ਦੇ ਵਿੱਚ ਉਮੀਦ ਆ ਕਿ ਉਹ ਵਿਚਾਰਾਂ ਨੇ ਜੋ ਸਾਡੇ ਦਰਪੇਸ਼ ਮੁੱਦੇ ਨੇ ਉਹਨਾਂ ਦੇ ਲਈ ਵੀ ਆਸਟ੍ਰੇਲੀਆ ਭਰ ਦੀਆਂ ਜਿਹੜੀਆਂ ਸੰਗਤਾਂ ਨੇ ਉਹਨਾਂ ਦੇ ਲਈ ਵੀ ਇੱਕ ਆਪਾਂ ਕਹਿ ਦਈਏ ਕਿ ਅਜਿਹਾ ਮੰਚ ਬਣੇਗਾ, ਅਜਿਹਾ ਪਲੇਟਫਾਰਮ ਬਣੇਗਾ ਜਿੱਥੇ ਆ ਕੇ ਸਾਰੇ ਉਹ ਡਿਸਕਸ ਜਿਹੜੇ ਮਸਲੇ ਨੇ ਉਹਨਾਂ ਨੂੰ ਕਰ ਸਕਣਗੇ। ਇੱਕ ਚੀਜ਼ ਮੈਂ ਇਹਦੇ ਵਿੱਚ ਹੋਰ ਜ਼ਰੂਰ ਐਡ ਕਰਨੀ ਚਾਹੁੰਦਾ ਕਿ ਕਾਫੀ ਵਰ੍ਹਿਆਂ ਤੋਂ ਜਿੱਥੇ ਗ੍ਰਿਫਤ ਦੀਆਂ ਸੰਗਤਾਂ ਤਾਂ ਇਹਦੇ ਵਿੱਚ ਸਹਿਯੋਗ ਕਰ ਹੀ ਰਹੀਆਂ ਨੇ, ਉੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਬਹੁਤ ਸਾਨੂੰ ਸਾਰੀਆਂ ਹੀ ਕਮੇਟੀਆਂ ਦਾ ਧੰਨਵਾਦੀ ਹੋਣਾ ਪਊਗਾ ਕਿ ਜਿਨ੍ਹਾਂ ਨੇ ਜਦੋਂ ਅਸੀਂ 2010 ਦੇ ਵਿੱਚ ਆਉਂਦੇ ਹੁੰਦੇ ਸੀ ਗ੍ਰਿਫਤ ਸ਼ਹਿਰ ਅੰਦਰੂਨ ਸ਼ਹਿਰ ਦੇ ਵਿੱਚ, ਜਿਹਨੂੰ ਅੰਦਰੂਨ ਗ੍ਰਿਫਤ ਆਪਾਂ ਕਹਿ ਦਿੰਦੇ ਹਾਂ, ਉੱਥੇ ਗੁਰਦੁਆਰਾ ਸਾਹਿਬ ਦੀ ਕਾਫੀ ਨਿੱਕੀ ਇਮਾਰਤ ਹੁੰਦੀ ਸੀ, ਪਰ ਵੱਖ-ਵੱਖ ਕਮੇਟੀਆਂ ਜੋ ਆਈਆਂ ਉਹਨਾਂ ਨੇ ਸੰਗਤਾਂ ਦੇ ਤਿਲ ਫੁੱਲ ਦੇ ਨਾਲ, ਸੰਗਤਾਂ ਦੇ ਸਹਿਯੋਗ ਦੇ ਨਾਲ ਪਿੱਛੇ ਸ਼ਾਨਦਾਰ ਇਮਾਰਤ ਆ ਜਿਹੜੀ ਆਪਾਂ ਦੇਖ ਰਹੇ ਹਾਂ ਗੁਰਦੁਆਰਾ ਸਾਹਿਬ ਦੀ, ਇਸ ਨੂੰ ਉਸਾਰਿਆ ਅਤੇ ਨਾਲ ਦੀ ਨਾਲ ਸਰਕਾਰੀ ਦਰਬਾਰੇ ਟੂਰਨਾਮੈਂਟ ਦਾ ਨਾਂ ਗਾ ਜਿਹੜਾ ਉਹ ਪਹੁੰਚਾਇਆ। ਹੁਣ ਅਸੀਂ ਦੇਖਦੇ ਹਾਂ ਕਿ ਗ੍ਰਿਫਤ ਦੇ ਵੱਲੋਂ ਜਿਹੜੀ ਇੱਥੋਂ ਦੀ ਕੌਂਸਲ ਆ ਉਸ ਦੇ ਵੱਲੋਂ ਸ਼ਹੀਦੀ ਖੇਡ ਮੇਲਾ ਲਿਖ ਕੇ ਉਸ ਤੋਂ ਵੱਲੋਂ ਵੱਡੇ ਵੱਡੇ ਬੈਨਰ ਨੇ ਜਿਹੜੇ ਗ੍ਰਿਫਤ ਦੀ ਮੇਨ ਸਟਰੀਟ ਦੇ ਉੱਤੇ ਲਾਏ ਹੁੰਦੇ ਨੇ, ਕਿਉਂਕਿ ਇਹ ਸ਼ਹੀਦੀ ਖੇਡ ਮੇਲੇ ਦੇ ਉੱਤੇ ਆਉਣ ਵਾਲੀਆਂ ਸੰਗਤਾਂ ਇੱਥੋਂ ਦੀ ਇਕੋਨਮੀ ਦੇ ਵਿੱਚ ਵੀ ਵੱਡਾ ਜਿਹੜਾ ਕੰਟਰੀਬਿਊਸ਼ਨ ਕਰਦੀਆਂ ਨੇ। ਸੋ ਇਹ ਇਕੱਲੇ ਸਿੱਖਾਂ ਦਾ ਨਾ ਹੋ ਕੇ ਟੂਰਨਾਮੈਂਟ ਗ੍ਰਿਫਤ ਦੀਆਂ ਕੁੱਲ ਕਮਿਊਨਿਟੀਜ਼ ਜੋ ਵੱਖ-ਵੱਖ ਭਾਈਚਾਰਿਆਂ ਤੋਂ ਨੇ ਉਹਨਾਂ ਦਾ ਟੂਰਨਾਮੈਂਟ ਬਣ ਗਿਆ। ਸੋ ਇਸ ਟੂਰਨਾਮੈਂਟ ਦੀ ਜਿਹੜੀ ਸ਼ਾਨ ਆ, ਜੋ ਖਾਲਸਾਈ ਸ਼ਾਨ ਆ, ਉਹ ਸਾਨੂੰ ਭਵਿੱਖ ਦੇ ਵਿੱਚ ਬੜੀ ਚਮਕਦੀ ਨਜ਼ਰ ਆ ਰਹੀ ਆ ਅਤੇ ਇਹ ਸਾਡਾ ਇੱਕ ਸਾਡੇ ਗ੍ਰਿਫਤ ਦੀਆਂ ਸੰਗਤਾਂ ਦੇ ਵੱਲੋਂ ਪੂਰੇ ਆਸਟ੍ਰੇਲੀਆ ਦੀ ਆਉਣ ਵਾਲੀ ਜਨਰੇਸ਼ਨ ਨੂੰ, ਸਿੱਖ ਜਨਰੇਸ਼ਨ ਨੂੰ ਇੱਕ ਬਹੁਤ ਵੱਡਾ ਤੋਹਫਾ ਹੋਊਗਾ ਜੀ। ਜੇਕਰ ਗ੍ਰਿਫਤ ਦੇ ਇਸ ਸ਼ਹੀਦੀ ਸਮਾਗਮ ਦੀ ਗੱਲ ਕਰਨੀ ਹੋਏ ਤਾਂ ਭਾਈ ਰਣਜੀਤ ਸਿੰਘ ਸ਼ੇਰਗਿੱਲ ਹੋਣਾ ਤੋਂ ਬਿਨਾਂ ਉਹਨਾਂ ਦੀ ਗੱਲ ਕੀਤੇ ਬਿਨਾਂ ਇਹ ਸਮਾਗਮ ਹਮੇਸ਼ਾ ਅਧੂਰਾ ਹੀ ਰਹੇਗਾ। ਉਹਨਾਂ ਦੀ ਜਿਹੜੀ ਸਟਰਗਲ ਸੀ ਇਸ ਨੂੰ ਸ਼ੁਰੂ ਕਰਨ ਦੇ ਵਿੱਚ, ਜਾਂ ਉਹਨਾਂ ਦੇ ਜਿਹੜੇ ਸਾਥੀ ਸੀ ਉਹਨਾਂ ਦੇ ਬਾਰੇ ਜ਼ਰੂਰ ਥੋੜ੍ਹਾ ਜਿਹਾ ਸਾਨੂੰ ਦੱਸੋ ਅਤੇ ਸੰਗਤਾਂ ਨੂੰ ਜਾਣੂ ਕਰਵਾਓ। ਹਾਂਜੀ, ਭਾਈ ਰਣਜੀਤ ਸਿੰਘ ਸ਼ੇਰਗਿੱਲ ਨੂੰ ਅਸੀਂ ਹਮੇਸ਼ਾ ਹੀ ਹਰ ਸਾਲ ਹੁਣ ਯਾਦ ਕਰਾਂਗੇ। ਜਦੋਂ ਤੱਕ ਇਹ ਟੂਰਨਾਮੈਂਟ ਹੋਊ ਉਦੋਂ ਤੱਕ ਅਸੀਂ ਉਹਨਾਂ ਨੂੰ ਯਾਦ ਕਰਦੇ ਰਵਾਂਗੇ, ਕਿਉਂਕਿ ਉਹਨਾਂ ਦੀ ਇਸ ਟੂਰਨਾਮੈਂਟ ਨੂੰ ਸ਼ੁਰੂ ਕਰਵਾਉਣ ਦੇ ਵਾਲੇ ਵਿੱਚੋਂ, ਮੋਢੀਆਂ ਦੇ ਵਿੱਚੋਂ ਸਾਨੂੰ ਉਹਨਾਂ ਨੂੰ ਬਾਨੀ ਵੀ ਕਹਿ ਦਿੰਦੇ ਆ, ਪਰ ਉਹਨਾਂ ਦੇ ਨਾਲ ਹੋਰ ਵੀ ਸੰਗੀ ਸਾਥੀ ਸਨ। ਉਹਨਾਂ ਦੇ ਬਾਰੇ ਸਰਦਾਰ ਸਰਵਣ ਸਿੰਘ ਰੰਧਾਵਾ ਦੀ ਇੱਕ ਕਹੀ ਹੋਈ ਗੱਲ ਆ, ਉਹ ਮੈਂ ਜ਼ਰੂਰ ਇੱਥੇ ਜ਼ਿਕਰ ਕਰਨਾ ਚਾਹਾਂਗਾ। ਸਰਦਾਰ ਸਰਵਣ ਸਿੰਘ ਰੰਧਾਵਾ ਨੇ ਕਿਹਾ ਸੀ ਕਿ ਇਵੈਂਟ ਸ਼ੁਰੂ ਕਰਨੇ ਔਖੇ ਨਹੀਂ ਹੁੰਦੇ। ਉਹਨਾਂ ਨੇ ਭਾਈ ਰਣਜੀਤ ਸਿੰਘ ਦੇ ਭੋਗ ਦੇ ਉੱਤੇ ਇਹ ਗੱਲ ਕਹੀ ਸੀ ਕਿ ਇਵੈਂਟ ਸ਼ੁਰੂ ਕਰਨੇ ਔਖੇ ਨਹੀਂ ਹੁੰਦੇ, ਹੋ ਜਾਂਦੇ ਆ, ਪਰ ਇਵੈਂਟਾਂ ਦੀ ਜਿਹੜੀ ਸ਼ਾਨ ਆ ਉਹ ਬਰਕਰਾਰ ਰੱਖਣੀ ਬਹੁਤ ਔਖੀ ਹੁੰਦੀ ਆ। ਸੋ ਉਹਨੇ ਕਿਹਾ ਕਿ ਭਾਈ ਰਣਜੀਤ ਸਿੰਘ ਨੇ ਤਕਰੀਬਨ ਜਿਹੜੇ 2.5 ਦਹਾਕੇ ਇਸ ਟੂਰਨਾਮੈਂਟ ਦੀ ਜਿਹੜੀ ਸ਼ਹੀਦੀ ਸਮਾਗਮ ਦੀ ਤਾਂ ਸ਼ਾਨ ਸੰਗਤਾਂ ਨੇ ਬਰਕਰਾਰ ਰੱਖਣੀ ਆ, ਪਰ ਉਹਨਾਂ ਨੇ ਕਿਹਾ ਕਿ ਸੰਗਤਾਂ ਦੇ ਸਹਿਯੋਗ ਦੇ ਨਾਲ ਭਾਈ ਰਣਜੀਤ ਸਿੰਘ ਨੇ ਟੂਰਨਾਮੈਂਟ ਦੀ ਸ਼ਾਨ ਬਰਕਰਾਰ ਰੱਖੀ ਕਿ ਉਸ ਦੇ ਵਿੱਚ ਕੋਈ ਵੀ ਜਿਹੜੀ ਅਖੌਤੀ ਸੱਭਿਆਚਾਰ ਵਾਲੀ ਚੀਜ਼ ਕੋਈ ਵੜਨ ਨਹੀਂ ਦਿੱਤੀ। ਉਹਨਾਂ ਕਿਹਾ ਕਿ ਇਸ ਨੂੰ ਕਮਰਸ਼ੀਅਲ ਤੋਂ ਬਚਾ ਕੇ ਰੱਖਿਆ, ਕਿ ਕਮਰਸ਼ੀਅਲ ਨਹੀਂ ਹੋਣ ਦਿੱਤਾ ਅਤੇ ਪਲੱਸ ਅਖੌਤੀ ਸੱਭਿਆਚਾਰ ਨੂੰ ਉਹਦੇ ਨੇੜੇ ਨਹੀਂ ਲੱਗਣ ਦਿੱਤਾ। ਸੋ ਭਾਈ ਰਣਜੀਤ ਸਿੰਘ ਹੋਰਾਂ ਨੂੰ ਅਸੀਂ ਸਦਾ ਯਾਦ ਕਰਦੇ ਰਵਾਂਗੇ। ਉਹਨਾਂ ਦੀ ਕੰਟਰੀਬਿਊਸ਼ਨ ਬਹੁਤ ਵੱਡੀ ਆ ਇਸ ਟੂਰਨਾਮੈਂਟ ਦੇ ਵਿੱਚ। ਜਦੋਂ ਹੀ ਟੂਰਨਾਮੈਂਟ ਆਉਂਦਾ ਸੀ ਮੈਲਬੌਰਨ ਦੀ ਮੀਡੀਆ ਨੂੰ, ਅਤੇ ਸਾਰੇ ਮੀਡੀਆ ਨੂੰ ਉਹਨਾਂ ਨੇ ਆਪਣੇ ਵੱਲੋਂ ਚਿੱਠੀਆਂ, ਪੋਸਟਰ ਛਪਵਾ ਕੇ ਭੇਜਣੇ, ਬਾਅਦ ਦੇ ਵਿੱਚ ਤਿਆਰੀਆਂ ਕਰਵਾਉਣੀਆਂ, ਜਿਨ੍ਹਾਂ ਨੇ ਸਿੱਖੀ ਦੇ ਨਾਲ ਸੰਬੰਧਿਤ ਪ੍ਰਚਾਰ ਦੇ ਜਿਹੜਾ ਆਪਣੇ ਪੈਂਫਲੇਟ ਲੈ ਕੇ ਆਉਣੇ ਹੁੰਦੇ, ਜਾਂ ਜੋ ਵੀ ਚੀਜ਼ਾਂ ਲੈ ਕੇ ਆਉਣੀਆਂ ਹੁੰਦੀਆਂ ਸੀ, ਸੋ ਪੂਰਾ ਆਪਣਾ ਤਾਣ ਲਾ ਦਿੰਦੇ ਹੁੰਦੇ ਸੀ, ਭਾਵੇਂ ਕਿ ਉਹ ਬੈਠੇ ਮੈਲਬੌਰਨ ਹੁੰਦੇ ਸੀ, ਪਰ ਪੂਰੀ ਉਹਨਾਂ ਦੀ ਰੂਹ ਜੁੜੀ ਹੁੰਦੀ ਸੀ। ਸੋ ਅਸੀਂ ਭਾਈ ਰਣਜੀਤ ਸਿੰਘ ਨੂੰ ਸਦਾ ਹੀ ਯਾਦ ਕਰਦੇ ਰਵਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਗੱਲਬਾਤ ਦੇ ਲਈ। ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।